जी अस्सलाम वालेकुम रहमतुल्लाहि वबरकातुहू। नाज़रीन ਤੁਹਾਨੂੰ ਅੱਜ ਇੱਕ ਵਾਕਿਆ ਸੁਣਾਉਣਾ ਹੈ ਕਿ ਕੋਈ ਵਿਚਾਰਾ ਕੋਈ ਗਰੀਬ ਆਦਮੀ ਹੁੰਦਾ ਸ਼ਰੀਫ ਸਿੱਧਾ ਸਾਦਾ ਨਮਾਜ਼ਾਂ ਪੜਦਾ ਉਹਨੂੰ ਨਾ ਪੁਲਿਸ ਵਾਲੇ ਚੁੱਕ ਕੇ ਲੈ ਜਾਂਦੇ ਚੋਰੀ ਦੇ ਸ਼ੁਬੇ 'ਚ। ਕਹਿੰਦੇ ਤੂੰ ਚੋਰੀ ਕੀਤੀ ਫਲਾਣੇ ਘਰੋਂ? ਕਹਿੰਦਾ ਕਿ ਨਹੀਂ, ਮੈਂ ਸ਼ਰੀਫ ਆਦਮੀ, ਮੇਰੇ ਮਹੱਲੇਦਾਰਾਂ ਕੋਲ ਗਵਾਹੀ ਲੈ ਲਓ, ਮੈਂ ਸ਼ਰੀਫ ਆਦਮੀ ਨਮਾਜ਼ਾਂ ਪੜਦਾ ਵਾਂ 5 ਵਕਤ ਮਸਜਿਦ ਦੇ ਵਿੱਚ ਤੇ ਮੈਂ ਇਹਦੇ ਕੰਮ ਹੀ ਨਹੀਂ ਕਦੀ ਕੀਤੇ। ਕਹਿੰਦੇ ਅੱਛਾ ਇੱਕ ਚੋਰੀ ਉੱਤੋਂ ਸੀਨਾ ਚੋਰੀ, ਉਹ ਵੀ ਸਾਡੇ ਨਾਲ ਪਾਓ, ਇਹਨਾਂ ਨੂੰ ਪੁੱਠਾ ਲੰਮਾ ਮਾਰੇ, ਉਹਨੇ ਲਿੱਤਰ ਉਹਨੂੰ ਪੁੱਠਾ ਲੰਮਾ ਪਾ ਲੈਂਦੇ ਨੇ, ਲਿੱਤਰ ਮਾਰਦੇ ਨੇ ਪੁਲਿਸ ਵਾਲੇ। ਉਹ ਵਿਚਾਰੇ ਨੂੰ ਤਕਲੀਫ ਹੁੰਦੀ, ਉਹ ਤਕਲੀਫ ਤੋਂ ਡਰਦਾ ਨਾ। ਉਹ ਕਹਿੰਦਾ ਸਾਹਿਬ ਜੀ ਹਾਂਜੀ ਮੈਂ ਕੀਤੀ ਚੋਰੀ। ਕਹਿੰਦੇ ਠੀਕ ਹੈ ਹਾਂਜੀ, ਉਹ ਫਲਾਣੇ ਘਰ ਜਿਹੜੀ ਹੋਈ ਸੀ ਪਿਛਲੇ ਮਹੀਨੇ ਚੋਰੀ, ਉਹ ਵੀ ਤੂੰ ਕੀਤੀ ਸੀ? ਕਹਿੰਦਾ ਨਹੀਂ। ਕਹਿੰਦਾ ਅੱਛਾ ਉਹ ਵੀ ਨਹੀਂ। ਮਾਰੇ ਉਹਨੂੰ ਲਿੱਤਰ ਪੁੱਠੇ ਲੰਮੇ ਪਾ ਕੇ, ਉਹਨੂੰ ਪੁੱਠੇ ਲੰਮੇ ਪਾ ਕੇ ਲਿੱਤਰ ਮਾਰਦੇ ਨੇ। ਉਹ ਵਿਚਾਰੇ ਕੋਲ ਤਕਲੀਫ ਬਰਦਾਸ਼ਤ ਹੁੰਦੀ, ਗਰੀਬ ਆਦਮੀ ਹੁੰਦਾ। ਉਹ ਕਹਿੰਦਾ ਚਲੋ ਜੀ ਲਿੱਤਰਾਂ ਤੋਂ ਬਚਣੇ, ਕਹਿੰਦਾ ਜੀ ਹਾਂਜੀ ਮੈਂ ਕੀਤੀ। ਕਹਿੰਦੇ ਉਹ ਵੀ ਚੋਰੀ ਉੱਤੇ ਪਾ ਦਿੰਦੇ। ਇੰਨੀ ਦੇਰ 'ਚ ਅਚਾਨਕ ਉਹਦੇ ਘਰੋਂ ਫੋਨ ਆ ਜਾਂਦਾ, ਟਰਨ ਫੋਨ ਵੱਜਦਾ ਵੇ। ਉਹ ਫੋਨ ਚੁੱਕਦਾ, ਹੈਲੋ ਹੈਲੋ ਕਿਆ ਬਾਤ ਹੈ। ਉਹ ਕਹਿੰਦੇ ਘਰ ਵਾਲੇ ਨੂੰ ਖਬਰ ਦਿੰਦੇ ਕਿ ਉਹ ਆਪका बेटा हुआ है कि बेटा हुआ है। उन्हें तो खबर आती है ना तो बड़ा ही खुश, तो मूँह के उत्ते मुस्कुराहट आ जाती। बड़ा गरीब आदमी जो बेचारा चोरियां 2 मन चुके होंगे, ਉਹ ਕਹਿੰਦਾ ਸਰ ਜੀ ਕਿੱਥੋਂ ਫੋਨ ਹੈ ਤੁਹਾਡੇ ਚਿਹਰੇ ਤੇ ਮਾਸ਼ਾਅੱਲਾ ਥੋੜੀ ਜਿਹੀ ਰੌਣਕ ਆ ਗਈ ਹੈ, ਤੁਹਾਡੇ ਕੋਈ ਚਿਹਰੇ 'ਚ ਤਬਦੀਲੀ ਆ ਗਈ ਗੱਲਬਾਤ। ਉਹ ਤੇ ਮੈਨੂੰ ਬੜਾ ਮਾਰਦੇ ਪਏ ਸੀ। ਉਹ ਕਹਿੰਦੇ ਬਾਤ ਦਰਅਸਲ ਜੀ ਮੇਰੇ ਘਰ ਵਿੱਚ ਬੇਟਾ ਹੋਇਆ। ਉਹ ਕਹਿੰਦਾ ਪਾ ਦੋ ਬੇਟੇ ਦਾ ਕੇਸ ਵੀ ਮੇਰੇ ਤੇ ਪਾ ਦਿਓ। ਵਿਚਾਰਾ ਤਕਲੀਫ ਇਹ ਸੂਰਤ ਹਾਲ ਹੈ ਸਾਡੇ ਪੁਲਿਸ ਵਾਲਿਆਂ ਦੀ, ਤੇ ਇਹੋ ਜਿਹੀ ਸੂਰਤ ਹਾਲ ਜਿਹੜੀ ਹਕੂਮਤਾਂ ਦੀ ਵੀ ਹੁੰਦੀ ਹੈ। ਦੇਖੋ ਹੁਣ ਬੇਨਜ਼ੀਰ ਇੰਟਰਨੈਸ਼ਨਲ ਏਅਰਪੋਰਟ ਤੁਸੀਂ ਸੁਣਿਆ ਹੋਏਗਾ, ਪਾਕਿਸਤਾਨ ਇਸਲਾਮਾਬਾਦ ਆ ਨਾ, ਉਹਦਾ ਨਾਮ ਰੱਖਿਆ ਸੀ ਤੇ ਯੂਸਫ ਰਜ਼ਾ ਗਿਲਾਨੀ ਸਾਹਿਬ ਨੇ ਉਹਦੀ ਬੁਨਿਆਦ ਰੱਖੀ ਸੀ। ਇਹਦੀ ਯਕਮ ਮਈ ਜਿਹੜੀ ਇਹਦੀ ਤਕਰੀਬਨ 2018 ਦੀ ਉਹ ਸਰਮਨੀ ਹੋਈ ਹੈ, ਇਹਦੀ ਇਬਤਦਾ ਹੋਈ ਹੈ, ਚੱਲਣਾ ਸ਼ੁਰੂ ਹੋਇਆ ਏਅਰਪੋਰਟ। ਤੇ ਅੱਜ ਦੀ ਕੱਲ ਦੀ ਖਬਰ ਹੈ ਕਿ ਉੱਥੇ ਬਾਰਿਸ਼ ਪਈ ਹੈ, ਉੱਤੋਂ ਇੱਟਾਂ ਡਿੱਗਦੀਆਂ ਪਈਆਂ ਨੇ, ਠੱਕ ਲੋਕ ਓਲੇ ਪੈਂਦੇ ਨੇ, ਉੱਥੇ ਟੈਲਾਂ ਪੈਣ ਡੀਆਂ ਨੇ। ਉਹਦਾ ਨਾ ਖਾਸਤਾ ਏਅਰਪੋਰਟ ਤੋਂ ਕੋਈ ਮੁਸਾਫਰ ਜਾਏਗਾ ਉਹਦੇ ਸਿਰ 'ਚ ਡਿੱਗੇਗੀ, ਸਿਰ ਉਹਦਾ ਪਾੜ ਜਾਏਗਾ ਵਿਚਾਰਾ। ਕੋਈ ਯੂਕੇ ਤੋਂ ਜਾਂਦਾ ਹੈ, ਕੋਈ ਕੈਨੇਡਾ ਤੋਂ ਅਮਰੀਕਾ ਤੋਂ ਜਾਂਦੇ, ਕੋਈ ਓਵਰਸੀਜ਼ ਪਾਕਿਸਤਾਨੀ ਸਿਰ ਪੜਵਾ ਕੇ ਆ ਜਾਣਗੇ ਕਿ ਜੀ ਇਹ ਯੂਸਫ ਰਜ਼ਾ ਗਿਲਾਨੀ ਸਾਹਿਬ ਨੇ ਏਅਰਪੋਰਟ ਬਣਵਾਇਆ ਸੀ। ਮਾਸ਼ਾਅੱਲਾ ਉਹਦੇ ਤੇ ਅਰਬਾਂ ਰੁਪਇਆ ਖਰਚਾ ਵੀ ਆਇਆ ਹੋਣਾ, ਉਹਦੇ ਉੱਤੇ ਪੈਸੇ ਵੀ ਲੱਗੇ ਗੌਰਮੈਂਟ ਦੇ। ਉਹ ਠੇਕੇਦਾਰਾਂ ਨੇ ਪੈਸੇ ਨਾਲ ਆਪਣੇ ਮਹਿਲ ਵੀ ਬਣਾ ਲਏ ਹੋਣੇ ਨੇ, ਉਹਨਾਂ ਕੋਠੀਆਂ ਜਾਇਦਾਦਾਂ, ਬਲਕਿ ਇੱਥੇ ਯੂਰਪ ਵੀ ਬਣਾ ਲੈਂਦੇ ਉਹਨਾਂ ਪੈਸਿਆਂ ਨਾਲ ਜਾਇਦਾਦਾਂ। ਤੇ ਕੀ ਇਹਨਾਂ ਨੂੰ ਕੋਈ ਪੁੱਛਣ ਵਾਲਾ ਕੋਈ ਨਹੀਂ? ਇਹ ਵੀ ਪਾ ਦਿਓ ਖਾਤੇ 'ਚ, ਇਮਰਾਨ ਖਾਨ ਦੇ ਖਾਤੇ 'ਚ। ਇਮਰਾਨ ਖਾਨ ਦੀ ਵਜ੍ਹਾ ਤੋਂ ਉਹ ਟੈਲਾਂ ਉੱਤੋਂ ਡਿੱਗਣੀ ਸ਼ੁਰੂ ਹੋਈਆਂ। ਦੇਖੋ ਐਂ ਜਦੋਂ ਕੋਈ ਮਿੱਟੀ ਦਾ ਮਕਾਨ ਬਣਾਏ ਨਾ, ਪੋਚੇ ਮਾਰ ਕੇ ਤੂੜੀ ਵਿੱਚ ਪਾ ਕੇ ਚੀਕਣੀ ਮਿੱਟੀ ਦੇ ਵਿੱਚ, ਉਹ ਵੀ ਲਪਾਈ ਨਹੀਂ ਉਹ ਲੀਕ ਹੁੰਦੀ। 2-4 ਬਾਰਿਸ਼ਾਂ ਨਾਲ 10-10 ਸਾਲ ਲਪਾਈ ਨਹੀਂ ਲੀਕ ਹੁੰਦੀ। ਤੇ ਇਹਨਾਂ ਦਾ ਏਅਰਪੋਰਟ, ਜਦੋਂ ਦਾ ਇਹਨਾਂ ਨੇ ਏਅਰਪੋਰਟ ਬਣਾਇਆ, ਏਅਰਪੋਰਟ ਚੋਣ ਡਿਆ ਸੀ, ਹੁਣ ਤੇ ਉਹ ਹੱਦ ਹੀ ਕਰਤੀ ਉਹ ਏਅਰਪੋਰਟ ਨੇ। ਉੱਤੋਂ ਟੈਲਾਂ ਡਿੱਗਦੀਆਂ ਪਈਆਂ ਨੇ, ਜਿਹੜੀ ਬਜਰੀ ਜਿਹੜੇ ਸੀਮਿੰਟ ਨਾਲ ਟੈਲਾਂ ਲਾਈਆਂ ਨੇ, ਟੈਲਾਂ ਡਿੱਗਦੀਆਂ ਪਈਆਂ ਬਾਰਿਸ਼ ਪੈਣ ਨਾਲ। ਖੁਦਾ ਨਾ ਖਾਸਾ ਏਅਰਪੋਰਟ ਵੀ ਡਿੱਗ ਸਕਦਾ, ਪੂਰੇ ਦਾ ਪੂਰੇ ਉੱਤੋਂ ਬਿਲਡਿੰਗ ਡਿੱਗ ਸਕਦੀ। ਤੁਹਾਨੂੰ ਕੀ ਪਤਾ ਵਿੱਚ ਉਹਨਾਂ ਕੀ ਕਚਰਾ ਬੱਚਰਾ ਪਾ ਕੇ ਲਾਇਆ ਉਹ ਮਜ਼ਦੂਰਾਂ ਮਿਸਤਰੀਆਂ ਨੇ। ਇਸ ਲਈ ਕਿ ਇਹ ਇੱਕ ਤੇ ਉਸ ਤੋਂ ਪਹਿਲੇ ਤੇ ਉਹ ਨਾ ਏਅਰਪੋਰਟ ਬੰਦ ਹੋਣਾ ਵੇ, ਨਾ ਉਹਦੀਆਂ ਫਲਾਈਟਾਂ ਬੰਦ ਹੋਣੀਆਂ ਨੇ, ਨਾ ਉਹਦੇ ਉੱਥੇ ਜਿਹੜੇ ਬਹਿਣ ਵਾਲਾ ਏਰੀਆ ਉਹ ਬੰਦ ਹੋਣਾ ਵੇ। ਉਹਦੀ ਵਜ੍ਹਾ ਹੈ ਕਿ ਜਿੰਦੇ ਤੱਕ ਵੀ ਵੱਡਾ ਹਾਦਸਾ ਨਹੀਂ ਹੋਏਗਾ, ਕੋਈ ਫਲਾਈਟਾਂ 2-4 ਨਹੀਂ ਆਉਣਗੀਆਂ, 1000-2000 ਬੰਦੇ ਲੈ ਕੇ ਉੱਥੇ ਰਾਜ ਹੋਏਗਾ, ਉੱਤੋਂ ਦੜਮ ਕਰਕੇ ਏਅਰਪੋਰਟ ਹੀ ਥੱਲੇ ਪੈ ਜਾਏਗਾ, ਫਿਰ ਜਾ ਕੇ ਉਹ ਏਅਰਪੋਰਟ ਬੰਦ ਹੋਏਗਾ। ਖੁਦਾ ਨਾ ਖਾਸਤਾ ਇੱਥੇ ਯੂਰਪ ਕਿਤੇ ਕੋਈ ਇੱਕ ਟਾਇਰ ਵੀ ਡਿੱਗੇ ਨਾ ਕੋਈ ਕਿਸੇ ਬਿਲਡਿੰਗ ਦੀ, ਉੱਥੇ ਬਿਲਡਿੰਗ ਦੇ ਉੱਥੇ ਲਾਰ ਨਹੀਂ ਬੱਲਾ ਛੱਡਦੇ ਨੇ ਅੰਦਰ ਵਾਲੀ ਸਾਈਡ ਦੇ, ਇਹਦੇ ਥੱਲੋਂ ਤੁਸੀਂ ਨਹੀਂ ਗੁਜ਼ਰਨਾ ਹੈਗਾ, ਇਹ ਤੋਂ ਕੋਈ ਦੂਜੀ ਵੀ ਗਿਰ ਸਕਦੀ ਹੈ। ਇਹ ਸੂਰਤ ਹਾਲ ਗਿਰਨ ਵਾਲੀਆਂ ਹੋਣ, ਲਮਕ ਰਹੀਆਂ ਹੋਣ, ਐਂਦੀ ਸੂਰਤ ਹਾਲ ਹੋਏ ਤੇ ਇੱਥੇ ਟਾਇਲਾਂ ਟਕ ਵਜਾ ਬਾਹਰ ਇਹਦੇ ਵਿੱਚ ਓਲੇ ਪੈਂਦੇ ਨੇ। ਉਂਝ ਮੈਂ ਤਾਂ ਸਮਝਿਆ ਪਤਾ ਨਹੀਂ ਤੋਂ ਡਿਜ਼ਾਈਨ ਹੈਗਾ ਕਿ ਕਾਲੀ ਟਾਇਲ ਤੇ ਚਿੱਟੀ, ਕਾਲੀ ਤੇ ਚਿੱਟੀ, ਉਹ ਜਿੱਥੋਂ ਡਿੱਗੀ ਜਾਂਦਾ ਉੱਥੇ ਕਾਲਾ ਜਿਹਾ ਨਿਸ਼ਾਨ ਛੁੱਟੀ ਜਾਂਦਾ। ਇਹ ਸੂਰਤ ਹਾਲ ਯਾਰ ਇਸ ਏਅਰਪੋਰਟ ਦੀ। ਪਾ ਦਿਓ ਵੀ ਖਾਨ ਸਾਹਿਬ ਉੱਤੇ ਪਾ ਦਿਓ ਕਿ ਇੰਨੀ ਖਾਨ ਦੀ ਵਜ੍ਹਾ ਤੋਂ ਇੰਜ ਹੋਇਆ, ਖਾਨ ਦੀ ਵਜ੍ਹਾ ਤੋਂ ਇੰਜ ਹੋਇਆ। ਅੱਗੇ ਹਰ ਕੰਮ ਜਿਹੜਾ ਮੁਲਕ ਦਾ ਭੈੜਾ ਹੁੰਦਾ, ਪਹਿਲੇ ਹਕੂਮਤਾਂ ਦਾ ਵੀ ਹੈਗਾ ਹੈ ਨਾ, ਉਹ ਰਿਸ਼ਵਤ, ਉਹ ਖੜਾਪ ਸਭ ਕੁਛ ਉਹ ਸਾਰਾ ਖਾਨ ਦੇ ਖਾਤੇ 'ਚ ਪਾਈ ਜਾਣ ਦਿਓ। ਇਹ ਪਾ ਦਿਓ ਖਾਨ ਦੇ ਖਾਤੇ 'ਚ, ਪਾ ਦਿਓ ਮੈਂ ਵੇਖੀ ਜਾਏਗੀ। ਉਹ ਹਿਸਾਬ ਚੋਰ ਵਾਲਾ। ਉਹ ਚੋਰ ਵਾਲਾ ਕਹਿੰਦਾ ਕਿ ਹੁਣ ਚੋਰ ਆਖਰ ਤੇ ਕਹਿੰਦਾ ਕਿ ਉਹਦੇ ਘਰ ਪੁੱਤਰ ਪੈਦਾ ਹੋਇਆ, ਉਹਨੂੰ ਡਰ ਸੀ ਕਿ ਉਹ ਵੀ ਮੇਰੇ ਖਾਤੇ ਨਾਲ ਪਾ ਦੇ ਭਾਈ ਤੇਰੀ ਵਜ੍ਹਾ ਤੋਂ ਹੋਇਆ। ਤੇ ਉਹੀ ਹਿਸਾਬ ਹੈ ਇਹਨਾਂ ਲੋਕਾਂ ਦਾ ਵੀ, ਬਦੂਆਂ ਦਾ। ਇਹਨਾਂ ਨੇ ਪਾਕਿਸਤਾਨ ਨੇ ਕੁਛ ਨਹੀਂ ਕੀਤਾ, ਜਿਹਨੇ ਕੀਤਾ ਉਹਦੀ ਜੜ੍ਹਾਂ ਖੋਦੀਆਂ ਨੇ। ਮੈਂ ਤਾਂ ਕਹਿੰਦਾ ਕਿ ਉਹ ਜਿਹੜਾ ਟੈਂਡਰ ਜਿਹਨੂੰ ਦਿੱਤਾ ਸੀ ਉਸ ਬੰਦੇ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ, ਉਹ ਪਤਾ ਹੋਣਾ ਚਾਹੀਦਾ। ਉਹ ਜੇ ਬਾਹਰ ਦੌੜ ਗਿਆ ਤਾਂ ਉਹਨੂੰ ਮੁਲਕ ਲਿਆ ਗਿਆ ਤਾਂ ਉਹਨੂੰ ਉਹ ਕਬਜ਼ੇ ਲਵੋ ਉਸ ਬੰਦੇ ਨੂੰ, ਉਹਦੀ ਜਾਇਦਾਦਾਂ ਹੜਪ ਕਰੋ। ਜਿਹੜੇ ਬੰਦੇ ਨੇ ਪੈਸੇ ਲਏ ਨੇ
ਤੇ ਐਂ ਦਾ ਮਟੀਰੀਅਲ ਨਾਕਸ ਮਟੀਰੀਅਲ ਆਇਆ ਵੇ ਹਾਏ ਤੇ ਯਾਰ ਇਹਨੂੰ ਚੰਦ ਸਾਲ ਹੋਏ ਨੇ 2 ਸਾਲ ਨਹੀਂ ਹੋਏਗੇ ਤੇ ਇਹ ਸੂਰਤ ਹਾਲ ਹੈ। ਤੇ ਇਹ ਦੇਖੋ ਜਿਨ੍ਹਾਂ ਲੋਕਾਂ ਨੂੰ ਤੁਸੀਂ ਕਾਫਰ ਕਹਿੰਦੇ ਹੋ ਉਹਨਾਂ ਦੇ ਹੱਥ ਦੇ ਪਾਕਿਸਤਾਨ ਦੇ ਰੇਲਵੇ ਦੇ ਪੁਲ ਵੇਖੋ, ਰੇਲਵੇ ਦਾ ਨਿਜ਼ਾਮ ਵੇਖੋ। ਅੱਜ ਜਿਨ੍ਹਾਂ ਨੇ ਕਾਫਰ ਖਾ ਕੇ ਮੌਲਵੀ ਰੋਟੀ ਖਾਂਦੇ ਨੇ ਉਹਨੇ ਕਾਫਰਾਂ ਦੀਆਂ ਬਣੀਆਂ ਹੀ ਲੈਣਾ ਜੀ, ਉਹਨੇ ਕਾਫਰਾਂ ਦੀ ਬਣੀਆਂ ਹੀ ਟ੍ਰੇਨਾਂ ਨੇ ਜਿਨ੍ਹਾਂ ਦੇ ਉੱਤੇ ਦੁਨੀਆ ਸਫ਼ਰ ਕਰਦੀ ਹੈ। ਉਹਨਾਂ ਦੀ ਕਾਫਰਾਂ ਦਾ ਨਿਜ਼ਾਮ ਸਾਰਾ ਚੱਲਦਾ ਪਿਆ ਸਾਡਾ ਇੱਥੇ ਜਿਹੜਾ ਤੁਹਾਡਾ ਗੌਰਮੈਂਟ ਦਾ ਨਿਜ਼ਾਮ ਜਿਹੜਾ ਚੱਲਦਾ ਪਿਆ ਹੈ ਉਹਨਾਂ ਕਾਫਰਾਂ ਦਾ ਬਣਿਆ ਹੋਇਆ ਸਭ ਕੁਝ। ਉਹਨਾਂ ਦੀ ਵਜ੍ਹਾ ਤੋਂ ਟ੍ਰੇਨ ਮੁਲਕ ਦੇ ਚੱਲਦੀ ਪਈ ਹੈ। ਇਹਨਾਂ ਜਿਹੜੇ ਐਸੀ ਜਮਹੂਰੀ ਨਿਜ਼ਾਮ ਉਹਨੇ ਕੀ ਕੀਤਾ, ਉਹਨਾਂ ਦੇ ਆਪਣੀਆਂ ਭੱਟੀਆਂ ਜਦੋਂ ਲੈਣਾ ਚੁੱਕ ਚੁੱਕ ਉਹਨਾਂ ਭੱਟੀਆਂ 'ਚ ਪਾ ਰਹੀਆਂ ਨੇ। ਤੇ ਇਹੋ ਜਿਹੀ ਜਮਹੂਰੀਅਤ ਨਾਲ ਤੇ ਯਾਰ ਉਹ ਸਾਨੂੰ ਉਹ ਫੌਜੀ ਹਕੂਮਤ ਸਹੀ ਹੈ, ਯਕੀਨ ਕਰੋ ਉਹ ਬਿਹਤਰ ਹੈ। ਉਹ ਅੱਲਾਹ ਤਾਲਾ ਫਜ਼ਲ ਨਾਲ ਉਹ ਜੋ ਵੀ ਹੈ ਉਹਦੀ ਫੌਜੀ ਹਕੂਮਤ ਹੋਈ ਜੈਸੇ ਦੀ ਅਯੂਬ ਖਾਨ ਦੀ ਸੀ। ਉਹ ਆਪਣੇ ਮੁਲਕ ਦੀ ਡੈਮ ਬਣਾ ਗਿਆ, ਸਭ ਕੁਝ ਬਣਾ ਗਿਆ। ਬਾਕੀ ਜਮਹੂਰੀਅਤ ਨੇ ਕੀ ਦਿੱਤਾ ਮੁਲਕ ਨੂੰ? ਬੰਗਲਾਦੇਸ਼ ਜਮਹੂਰੀਅਤ ਕੀ ਮੁਲਕ ਨੂੰ ਦਿੱਤਾ ਹੈ? ਗਰੀਬ ਆਵਾਮ ਨੂੰ ਡਾਂਗ ਦਿੱਤੀ, ਹੋਰ ਕੀ ਦਿੱਤਾ ਹੈ? ਕੁਛ ਨਹੀਂ ਦਿੱਤਾ। ਤੇ ਖੁਦਾ ਦਾ ਖੌਫ ਕਰੋ ਤੇ ਇਹ ਜਿਨ੍ਹਾਂ ਨੇ 에ਅਰਪੋਰਟ ਬਣਾਇਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰੋ। ਪਤਾ ਚੱਲੇ ਪਾਕਿਸਤਾਨ 'ਚ ਕੋਈ ਕਾਨੂੰਨ ਹੈ। ਪਾਕਿਸਤਾਨ 'ਚ ਕਾਨੂੰਨ ਉਂਝ ਹੀ ਹੈਗਾ ਜੈਸਾ ਅਫਲਾਤੂਨ ਕਹਿੰਦਾ ਸੀ ਕਿ ਕਾਨੂੰਨ ਇੱਕ ਐਸੀ ਚੀਜ਼ ਹੈ ਜੈਸਾ ਮੱਖਣੀ ਦਾ ਜਾਲਾ ਹੈ, ਉਹਦੇ ਗਰੀਬ ਆਦਮੀ ਫਸ ਕੇ ਰਹਿ ਜਾਂਦਾ ਹੈ, ਅਮੀਰ ਆਦਮੀ ਨੂੰ ਫਾੜ ਕੇ ਨਿਕਲ ਜਾਂਦਾ ਹੈ। ਤੇ ਇਹੋ ਸੂਰਤ ਹਾਲ ਹੈ ਸਾਡੀ ਪਾਕਿਸਤਾਨ 'ਚ ਅੱਜ ਤੱਕ ਰਹੀ, ਤਾਰੀਖ ਦੇ ਵਿੱਚ ਅੱਜ ਤੱਕ ਰਹੀ ਹੈ। ਖੁਦਾ ਦੇ ਲਈ ਇਹਨੂੰ ਬਦਲੋ, ਨਿਜ਼ਾਮ ਨੂੰ ਬਦਲੋ। ਇਹ ਖਾਨ ਸਾਹਿਬ ਆਏ ਨੇ, ਇਹ ਪਹਿਲਾ ਹੁਕਮਰਾਨ ਨੇ ਜਿਹਦੇ ਪਿੱਛੇ ਵਿਰਾਸਤ ਵਿੱਚ ਕੋਈ ਨਹੀਂ ਛੱਡ ਕੇ ਆਉਣਾ, ਆਪਣੇ ਲੇਲੇ ਨਹੀਂ ਛੱਡ ਕੇ ਆਉਣੇ। ਬਾਕੀਆਂ ਦੇ ਲੇਲੇ ਤਿਆਰ ਹੈਗੇ ਜੈਸਾ ਕੁਰਬਾਨੀ ਦੇ ਮਹੀਨੇ ਤਿਆਰ ਨਹੀਂ ਹੁੰਦੇ, 9 ਪਲੇ ਹੁੰਦੇ ਨੇ, ਉਹ ਬਸ ਦੰਦਰਾਉਂਦੇ ਫਿਰਦੇ ਨੇ। ਕਿਦੋਂ ਖਾਨ ਸਾਹਿਬ ਨੂੰ ਹਾਰਟ ਅਟੈਕ ਹੋ ਜੇ, ਕਿਦਾਂ ਨਾਲ ਕੁਛ ਹੋ ਜੇ, ਫਿਰ ਦੁਬਾਰਾ ਅਸੀਂ ਆ ਕੇ ਹਕੂਮਤਾਂ 'ਚ ਬੈਠੀਏ ਉਹੀ ਪੁਰਾਣੇ ਮਜ਼ੇ ਲਈਏ। ਇਹਦੇ 1-2 ਹੋਰ ਬੇਨਤੀ 에ਅਰਪੋਰਟ ਬਣ ਜਾਣ ਜਿਹਦੇ ਵਿੱਚ ਇਹਨਾਂ ਦੀ ਜੇਬਾਂ 'ਚ ਪੈਸੇ ਜਾਣ, ਇਹਨਾਂ ਦੇ ਮਹਿਲ ਬਣ ਜਾਣ, ਇਹਨਾਂ ਦੇ ਬਾਹਰ ਮਹਿਲ ਬਣ ਜਾਣ। ਇਹਨਾਂ ਦੇ ਉਹ 에ਅਰਪੋਰਟ ਤੋਂ ਇਹਨਾਂ ਦੇ ਕਈ ਬੰਦਿਆਂ ਨੇ ਮਹਿਲ ਬਣਾ ਲਏ ਹੋਣੇ ਨੇ, ਮਗਰ 에ਅਰਪੋਰਟ ਦਾ ਸੱਤਿਆਨਾਸ਼ ਕਰਤਾ ਹੈ। ਐਸੇ ਤਰ੍ਹਾਂ ਸੜਕਾਂ ਬਣਾਉਂਦੇ ਨੇ, ਸੜਕਾਂ ਟੁੱਟ ਜਾਂਦੀਆਂ ਨੇ। ਉਹ ਯਾਰ ਯੂਰਪ 'ਚ ਵੀ ਉਹਨੇ ਸੜਕਾਂ ਟੁੱਟਦੀਆਂ, ਇੱਥੇ ਉਹ ਤੋਂ ਹੈਵੀ ਟ੍ਰੈਫਿਕ ਜ਼ਿਆਦਾ ਹੁੰਦੀ ਹੈ, ਇੱਥੇ ਟ੍ਰੈਫਿਕ ਵੀ ਜ਼ਿਆਦਾ ਚੱਲਦੀ ਹੈਗੀ। ਇੱਥੇ ਲੋਡ ਵੀ ਜ਼ਿਆਦਾ ਸੜਕਾਂ ਦਾ ਜ਼ਿਆਦਾ ਹੁੰਦਾ, ਇੱਥੇ ਨਹੀਂ ਸੜਕਾਂ ਟੁੱਟਦੀਆਂ, ਇੱਥੇ ਨਹੀਂ ਪੁਲ ਡਿੱਗਦੇ। ਉੱਥੇ ਕਦੀ ਮੀਆਂ ਸਾਹਿਬ ਦੇ ਦੌਰ 'ਚ ਆਂਦੇ ਪੁਲ ਵੀ ਬਣੇ ਸੀ ਅੱਲਾ ਦੇ ਫਜ਼ਲ ਕਿ ਪੁਲ ਬਣੇ ਇਫਤਤਾਹ ਕਰਨ ਗਏ ਨੇ, ਉੱਤੋਂ ਮੈਂ ਟਰੱਕ ਲਗਾਇਆ, ਟਰੱਕ ਹੀ ਮੁੱਦਾ ਸਿਰ ਭਰਨੇ ਥੱਲੇ ਸਜਦੇ ਦੇ ਵਿੱਚ, ਔਰ ਪੁਲ ਦੇ ਪੁਲ ਹੀ ਡਿੱਗ ਜਾਂਦੇ ਹੁੰਦੇ ਸੀ। ਯਾਰ ਇਹ ਤਾਂ ਸਹੂਲਤ ਹਾਲ ਹੈ ਯਾਰ ਇਹਨਾਂ ਦੀ। ਅੱਲਾਹ ਤਾਲਾ ਰਹਿਮ ਕਰੇ, ਅੱਲਾਹ ਤਾਲਾ ਇਹਨਾਂ ਨੂੰ ਹਦਾਇਤ ਦੇ, ਇਹ ਵਤਨ ਦੀ ਖਾਤਰ ਕੁਛ ਕਰਨ। ਦਾਅਵੇ ਬੜੇ ਕਰਦੇ ਨੇ ਪਰ ਕਰਦੇ ਕੁਛ ਨਹੀਂ। ਮੈਂ ਤਾਂ ਕਹਿੰਦਾ ਇਹਨਾਂ ਨੂੰ ਪੁੱਠਿਆ ਲੰਮਾ ਪਾਉਣਾ ਚਾਹੀਦਾ। ਵਾਰੀ ਜਦੋਂ ਹਰ ਸਾਲ ਜਦੋਂ 5 ਸਾਲ ਬਾਅਦ ਹਕੂਮਤ ਬਦਲਦੀ ਨਾ, ਇਹ ਬਸ ਲੋਕਾਂ ਨੂੰ ਟੋਪੀ ਡਰਾਮੇ ਕਰਕੇ ਦਿਖਾਉਂਦੇ ਕਿ ਮੈਂ ਫਲਾਣਾ का पेट पाड़ डालूंगा, फलां को सड़ पे के घसीटूंगा। पर वो घसीटी आवाम ही जाती, आवाम दे ढिड फटदा ते आवाम ही एडी बेवकूफ। वो कहंदी ओ चारों सूबों की जंजीर बेनजीर, चारों सूबों की जंजीर बेनजीर आवाम दे पैरां 'ਚ पई हुंदी है। तो दूजे पासे कहंदे ने शेर एक बारी फेर, शेर एक बारी फेर। ਸ਼ੇਰ ਕੀ ਕੌਣ ਹੁੰਦਾ ਭਰਾ ਪਤਾ ਤੁਹਾਨੂੰ? ਦਰਿੰਦਾ ਹੁੰਦਾ ਹੈ, ਉਹ ਹਰ ਚੀਜ਼ ਨੂੰ ਖਾ ਜਾਂਦਾ, ਖੜੱਪ ਕਰ ਜਾਂਦਾ ਹੈਗਾ ਹੈ ਨਾ। ਐਸੇ ਤਰ੍ਹਾਂ ਉਹ ਆਵਾਮ ਨੂੰ ਵੀ ਖਾਣ ਡਿਆ ਸੀ, ਮੁਲਕ ਨੂੰ ਵੀ ਖਾਣ ਡਿਆ ਸੀ। ਇੰਨਾ ਖਾਦਾ ਹੁਣ ਮੁਲਕ ਦੇ ਪੱਲੇ ਕੱਖ ਨਹੀਂ ਸੀਗਾ। ਹੁਣ ਆ ਕੇ ਕੁਛ ਐਸ ਘੁੰਮਣ ਦੇ ਖਜ਼ਾਨੇ ਫਿਰ ਦੁਬਾਰਾ ਭਰਨੇ ਸ਼ੁਰੂ ਕੀਤੇ ਨੇ, ਕਰਜ਼ੇ ਲਾਣੇ ਸ਼ੁਰੂ ਕੀਤੇ ਨੇ। ਪਰ ਸਾਡੀ ਐਸੀ ਹੁਣ ਮੈਂ ਕੀ ਕਹਾਂ ਕਿ ਜਾਹਿਲ ਕੌਮ ਹੈਗੀ ਹੈ ਕਿ ਇੱਕ ਬਰਿਆਨੀ ਦੀ ਪਲੇਟ ਉੱਤੇ ਆਪਣਾ ਜ਼ਮੀਰ ਵੇਚ ਛੱਡਦੀ, ਆਪਣਾ ਵੋਟ ਹੀ ਬਦਲ ਛੱਡਦੇ ਨੇ। ਉਹ ਸਾਰਾ ਸਾਲ ਉਹ ਜਿਸ ਲੀਡਰ ਦੇ ਨਾਅਰੇ ਲਾਉਂਦੇ ਨੇ, ਐਂਡ ਦੇ ਆ ਕਹਿੰਦੇ ਨੇ ਉਹ ਪਤਾ ਚੱਲਦਾ ਹੈ ਕਿ ਬਿਰਿਆਨੀ ਪੱਕ ਚੁੱਕੀ ਹੈ ਤੇ ਆਪ ਬਿਰਿਆਨੀ ਖਾएंगे और हमें वोट देंगे। ठीक है, ਨਾਲ ਤੁਹਾਨੂੰ 100-150 ਵੀ ਦਾਂਗੇ। ਉਹ ਜਾਂ 500 ਹਜ਼ਾਰ ਜਾਂ 5-5 ਦੇ ਵਾਅਦੇ ਕਰ ਛੱਡਦੇ ਨੇ। ਐਡੇ ਬਦਬਖਤ ਨੇ ਵੋਟ ਪੈਂਦਾ, ਮੁੜ ਕੇ ਉਹ ਵੀ ਮੁੱਕਰ ਜਾਂਦੇ ਨੇ। ਫਿਰ ਉਹੀ ਲੋਕੀ ਆ ਕੇ ਮਿੰਟ ਕਰਦੇ ਹੁੰਦੇ ਮੀਡੀਆ ਦੇ ਵਿੱਚ, ਸਾਡੇ ਨਾਲ ਵਾਅਦਾ ਕੀਤਾ, ਸਾਨੂੰ ਪੈਸੇ ਨਹੀਂ ਦਿੱਤੇ। ਉਹ ਪੈਸੇ ਤੁਹਾਨੂੰ ਨਹੀਂ ਦੇਣੇ, ਤੁਹਾਡਾ ਤਾਂ ਖੂਨ ਹੀ ਅਗਲਿਆਂ ਚੂਸ ਜਾਣਾ ਵੇ। ਜੈਸਾ ਅੱਜ ਤੱਕ ਚੂਸਿਆ ਆਇੰਦਾ ਹੀ ਉਹਨਾਂ ਚੂਸਾਂ ਵੇ। ਉਹੀ ਤੁਹਾਨੂੰ ਉੱਲੂ ਬਣਾ ਛੱਡਦੇ ਨੇ ਇੱਕ ਬਿਰਿਆਨੀ ਦੀ ਪਲੇਟ ਪਿੱਛੇ, ਜਾਂ ਇੱਕ ਉਹ ਪਲਾਸਟਿਕ ਸਰਜਰੀ ਸਿਸਟਮ ਜਿਹੜਾ ਹੈਗਾ ਉਹਦਾ ਤੁਸੀਂ ਵੇਖਦੇ। ਇਹ ਸਾਡੀ ਕੌਮ ਤੇ ਐਸੀ ਹੈ, ਖੋਤੀ ਉੱਤੇ ਦੁਪੱਟਾ ਦੇ ਦੇਣ ਤੇ ਕਹੇਗੀ ਯਾਰ ਵੇਖੀ ਤੁਸੀਂ ਵਿੱਚੋਂ ਕਿਹੜੇ ਰੰਗ ਦੀ ਚਿੱਟੀ ਕਾਲੀ ਕਿਹੜੇ ਰੰਗ ਦੀ ਖੋਤੀ ਹੈਗੀ। ਖੋਤੀ ਵੇਖਣ ਲਈ ਉੱਥੇ ਖਲੋ ਜਾਣਗੇ ਤੇ ਉਹ ਤੇ ਫਿਰ ਹੋਰ ਹਜ਼ਾਰ ਖੂਬਸੂਰਤ ਲੱਗਦੀ ਹੈ। ਠੀਕ ਹੈ, ਉਹਦੇ ਡਾਇਲਾਗ ਉਦੋਂ ਬੋਲਦੀ ਹੈ ਤੇ ਲੋਕ ਉਹਦੇ ਫਦਾ ਹੋ ਜਾਂਦੇ ਨੇ, ਐਵੇਂ ਧੱਕੇ ਖਾਂਦੇ ਨੇ। ਉਹਦੇ ਬਾਅਦ ਫਿਰ ਕਹਿੰਦੇ ਅਸੀਂ ਵੋਟ ਵੀ ਇਹਨਾਂ ਨੂੰ ਹੀ ਦੇਣਾ। ਸਾਡੇ ਲੋਕ ਹਰ ਸ਼ਾਇਦ ਦੇ ਦਿਓ, ਕੋਈ ਫਰਕ ਨਹੀਂ ਪੈਂਦਾ। ਦੇਖੋ ਮੁਲਕ ਨੂੰ ਨੁਕਸਾਨ ਹੋਣਾ ਹੈ ਤੇ ਨੁਕਸਾਨ ਅੱਗੇ ਬਥੇਰਾ ਕਰਵਾ ਚੁੱਕੇ ਹੋ, ਆਇੰਦਾ ਵੀ ਕਰਵਾਉਣਾ ਚਾਹੁੰਦੇ ਹੋ, ਕਰਵਾਈ ਜਾਓ, ਮੌਜਾਂ ਮਾਰੋ, ਨਾਰੇ ਲਾਓ, ਸ਼ੇਰ ਇੱਕ ਵਾਰੀ ਫੇਰ,
ਚਾਰੋਂ ਸੂਬੋਂ ਕੀ ਜੰਜੀਰ ਬੇਨਜ਼ੀਰ ਬੇਨਜ਼ੀਰ, ਜਿਹਦਾ ਇੱਕ ਛੋਟਾ ਜਿਹਾ ਵੀਰ ਜਿਹੜਾ ਕਹਿੰਦਾ ਨਹੀਂ ਹੁੰਦਾ पानी बारिश ज्यादा आता है तो पानी ज्यादा आता है, बारिश कम आता है तो पानी कम आता है। एडी वड्डी साइंस ਉਹਨੇ ਦੱਸੀ ਭਗਤਾਂ ਨੂੰ, एडी वड्डी खिदमत की ਉਹਨੇ। पहले किसी पता थी कि ज्यादा बारिश आने से पानी ज्यादा आता है या बारिश कम आने से पानी कम आता है? नहीं सी पता। ਇਹਨਾਂ ਨੇ ਦੱਸਿਆ ਸਾਡੇ ਬਲਾਵਲ ਭੱਟੋ ਸਾਹਿਬ ਨੇ ਏਡਾ ਵੱਡਾ ਕਾਰਨਾਮਾ ਕੀਤਾ, ਇਹਨਾਂ ਦਾ ਤਾਰੀਖ ਨਾਮ ਲਿਖਣਾ ਹੈ। ਹਾਂਜੀ ਨਾ ਹੋਇਆ ਤੇ ਕੋ 5 ਰੁਪਏ ਦੀ ਕਾਪੀ ਲੈ ਕੇ ਨਾ ਉੱਤੇ ਤਰੀ ਦੇ ਕੇ ਥੱਲੇ ਲਿਖ ਦਿਆਂ ਬਲਾਵਲ ਭੱਟੋ ਸਾਹਿਬ। ਹਾਂ ਇਹਨਾਂ ਦੀਆਂ ਯਾਦਾਂ ਚ ਉਹ ਗਰੀਬ ਯਾਰ, ਬਾਰਿਸ਼ ਜ਼ਿਆਦਾ ਆਤਾ ਤੇ ਪਾਣੀ ਜ਼ਿਆਦਾ ਆਤਾ, ਬਾਰਿਸ਼ ਕਮ ਆਤਾ ਤੇ ਪਾਣੀ ਕਮ ਆਤਾ। ਚਲੋ ਯਾਰ ਅਸੀਂ ਵੀ ਹਿਸਾਬ ਲਵਾਂਗੇ, ਠੀਕ ਹੈ। ਤੇ ਅਗਰ ਹੋ ਸਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ, ਕਿ ਯਾਰ ਵੀਡੀਓ ਬਣਾ ਥੱਕ ਗਿਆ, ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਯਾਰ। ਖੁਦਾ ਦਾ ਖੌਫ ਕਰੋ। ਅੱਲਾ ਮੀਆਂ ਕੋਲ ਜਾਓਗੇ ਤਾਂ ਕੀ ਕਹੋਗੇ? ਅੱਲਾ ਮੀਆਂ ਅਸੀਂ ਨਈਮ ਸ਼ਹਜ਼ਾਦੇ ਦਾ ਅਸੀਂ ਉਹ ਜਿਹੜਾ ਵੀਡੀਓ ਚੈਨਲ ਸਬਸਕ੍ਰਾਈਬ ਵੀ ਨਹੀਂ ਕਰਕੇ। ਹਾਲਾਂਕਿ ਕੋਈ ਮੁੱਲ ਨਹੀਂ ਲੱਗਦਾ, ਕੁਛ ਨਹੀਂ ਹੁੰਦਾ ਤੁਹਾਨੂੰ, ਕੋਈ ਨਹੀਂ ਹਾਰਟ ਅਟੈਕ ਵੀ ਨਹੀਂ ਹੁੰਦਾ। ਉਹ ਜਿਹੜਾ ਲਾਲ ਜਿਹਾ ਥੱਲੇ ਲਿਖਿਆ ਗਿਆ ਨਾ, ਉਹਨੂੰ ਸਬਸਕ੍ਰਾਈਬ ਉਹਨੂੰ ਦਬਾਉਣਾ, ਫਿਰ ਉਹਦੇ ਬਾਅਦ ਇੱਕ ਬੈਲ ਆਣੀ ਉਹਨੂੰ ਦਬਾਉਣਾ। ਆਹ ਮੈਂ ਵੀ ਖੁਸ਼, ਤੁਸੀਂ ਵੀ ਖੁਸ਼। ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਤੇ ਅੱਜ ਏਅਰਪੋਰਟ ਵੇਖਿਆ ਸੀ ਯਾਰ, ਮੇਰੇ ਦਿਲ ਨੂੰ ਬੜਾ ਹੀ ਦੁੱਖ ਹੋਇਆ। ਮੈਂ ਕਿਹਾ ਛੋਟੀ ਜਿਹੀ ਵੀਡੀਓ ਤੇ ਸਾਡਾ ਹੱਕ ਬਣਦਾ ਸੀ ਪਾਕਿਸਤਾਨੀ। ਚਲੋ ਸਹੀ, ਦੁਆਵਾਂ ਜਾ ਰਹਾ। ਅਸਲਾਮ ਵਾਲੇਕੁਮ ਰਹਿਮਤੁਲਾਹ ਬਰਕਾਤੁਹ। ਮੇਰੇ ਚੈਨਲ ਦਾ ਨਾਮ ਹਸਤਾ ਵਸਤਾ ਪਾਕਿਸਤਾਨ TV ਇੰਟਰਨੈਸ਼ਨਲ। ਤੇ ਅੱਲਾ ਕਰੇ ਪਾਕਿਸਤਾਨ ਹਸਤਾ ਵਸਤਾ ਰਹੇ ਤੇ ਇਹਨਾਂ ਲੋਕਾਂ ਦਾ ਬੇੜਾ ਗਰਕ ਹੋਏ ਜਿਹੜੇ ਦਿਮਕ ਦੀ ਤਰ੍ਹਾਂ ਪਾਕਿਸਤਾਨ ਨੂੰ ਚਿਮੜੇ ਹੋਏ ਨੇ। ਅਸਲਾਮ ਵਾਲੇਕੁਮ ਰਹਿਮਤੁਲਾਹ ਬਰਕਾਤੁਹ।